ਹੈਲੋ ਸਟੂਡੈਂਟਸ, ਮੈਂ ਮੋਹਿਤ ਢੀਂਗਰਾ ਆ ਗਿਆ ਜੀ। ਫਿਰ ਉਹੀ ਟਾਈਮ ਜਦੋਂ ਆਪਾਂ ਡਿਸਕਸ ਕਰਾਂਗੇ ਸਟੈਟਿਕ ਜੀਕੇ ਪਾਰਟ 2। ਤਾਂ ਇਸ ਤੋਂ ਪਹਿਲਾਂ ਆਪਾਂ ਸਟੈਟਿਕ ਜੀਕੇ ਦਾ ਪਾਰਟ 1 ਕਵਰ ਕਰ ਚੁੱਕੇ ਹਾਂ, ਸਪੈਸ਼ਲੀ ਪੰਜਾਬ ਪਟਵਾਰੀ ਲਈ, ਜਿਹਦੇ ਵਿੱਚ ਆਪਾਂ ਮੋਸਟ ਇੰਪੋਰਟੈਂਟ ਕੁਐਸਚਨਸ ਨੂੰ ਡਿਸਕਸ ਕੀਤਾ ਸੀ। ਅੱਜ ਆਪਾਂ ਪਾਰਟ 2 ਦੇ ਵਿੱਚ ਵੀ ਇਹਦੇ ਮੋਸਟ ਇੰਪੋਰਟੈਂਟ ਕੁਐਸਚਨਸ ਨੂੰ ਡਿਸਕਸ ਕਰਾਂਗੇ। ਤਾਂ ਇੱਕ ਕੁਐਸਚਨ ਦੇ ਨਾਲ ਆਪਾਂ ਕਿਵੇਂ ਬਾਕੀ ਆਪਸ਼ਨਸ ਨੂੰ ਚੱਕ ਕੇ ਵੀ ਕੁਐਸਚਨ ਬਣਾਉਣੇ ਆ, ਉਹ ਵੀ ਸਾਰਾ ਆਪਾਂ ਕੀਤਾ ਸੀ। ਇੱਕ ਕੁਐਸਚਨ ਨੂੰ ਚੰਗੀ ਤਰ੍ਹਾਂ ਡਿਟੇਲ ਦੇ ਵਿੱਚ ਆਪਾਂ ਪੜ੍ਹਿਆ ਸੀ। ਆਈ ਹੋਪ ਤੁਹਾਨੂੰ ਪਾਰਟ 1 ਪਸੰਦ ਆਇਆ ਹੋਊਗਾ, ਤੁਸੀਂ ਉਹਨਾਂ ਕੁਐਸਚਨਸ ਨੂੰ ਯਾਦ ਰੱਖਿਆ ਹੋਊਗਾ। ਅਤੇ ਅੱਜ ਆਪਾਂ ਸਟਾਰਟ ਕਰਦੇ ਹਾਂ ਪਾਰਟ 2। ਤਾਂ ਪਾਰਟ 2 ਦਾ ਆਪਾਂ ਅੱਜ ਦਾ ਫਸਟ ਕੁਐਸਚਨ ਦੇਖਦੇ ਹਾਂ। ਪਹਿਲਾ ਕੁਐਸਚਨ ਕੀ ਹੈ? ਵਿਚ ਆਫ ਦਾ ਫੋਲੋਇੰਗ ਰੂਲਰਸ ਵਾਜ਼ ਦਾ ਫਾਊਂਡਰ ਆਫ ਸਤਵਾਹਨ ਵੰਸ਼ ਜਾਂ ਫਿਰ ਸਤਵਾਹਨ ਐਮਪਾਇਰ। ਤਾਂ ਹਿਸਟਰੀ ਦਾ ਕੁਐਸਚਨ ਹੈ ਆਪਣਾ। ਹਿਸਟਰੀ ਦੇ ਵਿੱਚ ਇੱਕ ਆਪਾਂ ਨੂੰ ਵੰਸ਼ ਦਾ ਨਾਮ ਦਿੱਤਾ ਗਿਆ ਸਤਵਾਹਨ ਵੰਸ਼, ਸਤਵਾਹਨ ਐਮਪਾਇਰ। ਸਤਵਾਹਨ ਐਮਪਾਇਰ 'ਤੇ ਆਪਾਂ ਨੂੰ ਫਾਊਂਡਰ ਪੁੱਛੇ ਗਏ ਆ। ਦੇਖੋ ਇੱਦਾਂ ਦੇ ਕੁਐਸਚਨ ਆਪਾਂ ਨੂੰ ਬਹੁਤ ਆਉਂਦੇ ਐਗਜ਼ਾਮ 'ਚ। ਆਪਾਂ ਨੂੰ ਕਿਸੇ ਵੰਸ਼ ਦਾ ਫਾਊਂਡਰ ਪੁੱਛ ਲਿਆ ਜਾਂਦਾ। ਅਤੇ ਲਾਸਟ ਜਦੋਂ ਹੁਣ PSPCL ਦੇ LDC ਦੇ ਐਗਜ਼ਾਮ ਹੋਏ ਸੀ, ਉਹਦੇ ਵਿੱਚ ਵੀ ਇਹ ਕੁਐਸਚਨ ਸੇਮ ਡਿਟੋ ਕੁਐਸਚਨ ਐਗਜ਼ਾਮ 'ਚ ਪੁੱਛਿਆ ਗਿਆ ਸੀ। ਤਾਂ ਸਤਵਾਹਨ ਵੰਸ਼ ਦਾ ਜਿਹੜਾ ਫਾਊਂਡਰ ਸੀ ਉਹਦਾ ਨਾਮ ਹੈ ਜੀ ਸਿਮੂਕਾ। ਸੈਕਿੰਡ ਆਪਸ਼ਨ ਇਹਦਾ ਆਨਸਰ ਹੈ ਸਿਮੂਕਾ। ਸਤਵਾਹਨ ਵੰਸ਼ ਇਹ ਆਪਣੇ ਸਾਊਥ ਇੰਡੀਆ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਜੀ ਸਤਵਾਹਨ ਵੰਸ਼ ਸੀਗਾ। ਜਿਵੇਂ ਆਪਣੇ ਸਾਊਥ ਇੰਡੀਆ ਦੇ ਵਿੱਚ ਕ੍ਰਿਸ਼ਨਾ ਨਦੀ ਹੈ, ਤਾਂ ਸਿਮੂਕਾ ਉਹ ਫਾਊਂਡਰ ਹੈ ਜਿਹਨੇ ਸਤਵਾਹਨ ਵੰਸ਼ ਨੂੰ ਆਪਣੇ ਸਾਊਥ ਇੰਡੀਆ ਦੇ ਵਿੱਚ ਕ੍ਰਿਸ਼ਨਾ ਨਦੀ ਤੋਂ ਲੈ ਕੇ ਪੂਰੇ ਦੇ ਪੂਰੇ ਦੱਖਣ ਪਲੇਟੂ ਤੱਕ ਫੈਲਾਇਆ ਸੀ। ਤਾਂ ਸਤਵਾਹਨ ਵੰਸ਼ ਦਾ ਜਿਹੜਾ ਫਾਊਂਡਰ ਸੀਗਾ ਉਹ ਸੀਗਾ ਸਿਮੂਕਾ। ਤਾਂ ਬਹੁਤ ਸਾਰੇ ਇੰਡੀਆ 'ਚ ਵੰਸ਼ ਆਏ ਸੀਗੇ, ਉਹਨਾਂ ਵੰਸ਼ ਦੇ ਆਪਾਂ ਫਾਊਂਡਰਸ ਯਾਦ ਰੱਖਣੇ ਆ। ਸਤਵਾਹਨ ਵੰਸ਼ ਦਾ ਫਾਊਂਡਰ ਸੀ ਸਿਮੂਕਾ, ਅਤੇ ਕਾਫੀ ਇੰਪੋਰਟੈਂਟ ਕੁਐਸਚਨ ਹੈ। ਚਲਦੇ ਆ ਜੀ ਨੈਕਸਟ ਕੁਐਸਚਨ 'ਤੇ। ਸੈਕਿੰਡ ਕੁਐਸਚਨ ਹੈ ਵੇਅਰ ਵਾਜ਼ ਦਾ ਪਬਲਿਕ ਬਾਥ ਐਂਡ ਗ੍ਰੇਨਰੀਜ਼ ਫਾਊਂਡ ਇਨ ਦਾ ਹੜੱਪਾ ਡਿਊਰਿੰਗ ਐਕਸਕੇਵੇਸ਼ਨਸ। ਇੰਡਸ ਵੈਲੀ ਸਿਵਲਾਈਜੇਸ਼ਨ ਤੋਂ ਕੁਐਸਚਨ ਹੈ, ਹੜੱਪਾ ਸੱਭਿਅਤਾ ਤੋਂ। ਤਾਂ ਇੰਡਸ ਵੈਲੀ ਸਿਵਲਾਈਜੇਸ਼ਨ ਤੋਂ ਕੁਐਸਚਨ ਵੀ ਆਪਾਂ ਨੂੰ ਪੁੱਛੇ ਜਾਂਦੇ। ਹੜੱਪਾ ਦੀ ਜਦੋਂ ਕਹਿੰਦੇ ਐਕਸਕੇਵੇਸ਼ਨਸ ਹੋਈਆਂ ਸੀ, ਜਦੋਂ ਖੁਦਾਈਆਂ ਹੋਈਆਂ ਸੀ, ਉਹਦੇ ਵਿੱਚੋਂ ਆਪਾਂ ਨੂੰ ਪਬਲਿਕ ਬਾਥ, ਇੱਕ ਵੱਡਾ ਸਨਾਨ ਘਰ, ਅਤੇ ਗ੍ਰੇਨਰੀ, ਇੱਕ ਬਿਗ ਗ੍ਰੇਨਰੀ, ਇਹ ਆਪਾਂ ਨੂੰ ਕਿੱਥੇ ਮਿਲੀ ਸੀ? ਇਹਦਾ ਇਹ ਆਪਸ਼ਨ ਕਰੈਕਟ ਆਨਸਰ ਹੈ ਜੀ ਮੋਹਨਜੋਦਾਰੋ। ਠੀਕ ਹੈ ਜੀ। ਤਾਂ ਸਿਰਫ ਆਪਾਂ ਉਹੀ ਆਪਸ਼ਨ ਨੂੰ ਹਿੱਟ ਕਰਾਂਗੇ ਜਿਹੜਾ ਇਹਦਾ ਆਨਸਰ ਹੋਊਗਾ। ਫਾਲਤੂ ਆਪਾਂ ਆਪਸ਼ਨਸ ਮੈਂ ਤੁਹਾਨੂੰ ਬੋਲ ਕੇ ਨਹੀਂ ਦੱਸੂੰਗਾ। ਮੈਂ ਤੁਹਾਨੂੰ ਉਹੀ ਆਪਸ਼ਨ ਦੱਸੂੰਗਾ ਜਿਸ 'ਤੇ ਆਪਾਂ ਨੂੰ ਕੁਐਸਚਨ ਬਣ ਸਕਦਾ। ਤਾਂ ਤੁਸੀਂ ਵੀ ਇਸੇ ਤਰੀਕੇ ਨਾਲ ਇਸ ਵੀਡੀਓ ਨੂੰ ਦੇਖਣਾ, ਯਾਦ ਕਰਨਾ ਹੈ। ਤਾਂ ਜਦੋਂ ਵੀ ਪਬਲਿਕ ਬਾਥ ਅਤੇ ਗ੍ਰੀਨਰੀ ਪੁੱਛੀ ਜਾਵੇ, ਤੁਹਾਡਾ ਆਨਸਰ ਕੀ ਹੋਊਗਾ ਜੀ? ਮੋਹਨਜੋਦਾਰੋ। ਤਾਂ ਇੰਡਸ ਵੈਲੀ ਸਿਵਲਾਈਜੇਸ਼ਨ ਜਦੋਂ ਆਪਾਂ ਪੜ੍ਹਦੇ ਹਾਂ, ਇਹਦੇ ਵਿੱਚ ਮੇਨ ਆਪਾਂ ਸਭ ਤੋਂ ਪਹਿਲਾਂ ਦੋ ਸਾਈਟਸ ਦੀ ਗੱਲ ਕਰਦੇ ਹਾਂ। ਫਸਟ ਹੈ ਹੜੱਪਾ ਅਤੇ ਸੈਕਿੰਡ ਹੈ ਜੀ ਮੋਹਨਜੋਦਾਰੋ। ਫਸਟ ਹੜੱਪਾ ਅਤੇ ਸੈਕਿੰਡ ਮੋਹਨਜੋਦਾਰੋ। ਇਹਨਾਂ 'ਤੇ ਕੁਐਸਚਨ ਵੀ ਬਣਦਾ ਜੀ, ਹੜੱਪਾ ਕਦੋਂ ਡਿਸਕਵਰ ਹੋਈ ਸੀ? 1921, ਅਤੇ ਮੋਹਨਜੋਦਾਰੋ ਡਿਸਕਵਰ ਹੋਈ ਸੀ 1922 ਦੇ ਵਿੱਚ। ਇਹ ਪਹਿਲਾ ਮੋਸਟ ਇੰਪੋਰਟੈਂਟ ਕੁਐਸਚਨ ਹੈ। ਫਿਰ ਹੜੱਪਾ ਨੂੰ ਡਿਸਕਵਰ ਕੀਤਾ ਸੀ, ਹੜੱਪਾ ਵਾਜ਼ ਡਿਸਕਵਰਡ ਬਾਏ ਦਇਆ ਰਾਮ ਸਾਹਨੀ। ਇਹ ਵੀ ਯਾਦ ਰੱਖਣਾ। ਹੜੱਪਾ ਵਾਜ਼ ਡਿਸਕਵਰਡ ਬਾਏ ਦਇਆ ਰਾਮ ਸਾਹਨੀ ਇਨ 1921 ਐਂਡ ਮੋਹਨਜੋਦਾਰੋ ਵਾਜ਼ ਡਿਸਕਵਰਡ ਬਾਏ R.D. ਬੈਨਰਜੀ। ਇਹ ਜਿਹੜੇ ਇਹਨਾਂ ਦੇ ਡਿਸਕਵਰਰ ਸੀ, ਇਹ ਵੀ ਆਪਾਂ ਨੂੰ ਪੁੱਛੇ ਜਾਂਦੇ 1922 ਦੇ ਵਿੱਚ। ਹੜੱਪਾ 1921 ਅਤੇ ਮੋਹਨਜੋਦਾਰੋ 1922। ਇਹ ਕੁਐਸਚਨ ਆਪਾਂ ਨੂੰ ਹੋਰ ਪੁੱਛ ਲਿਆ ਜਾਂਦਾ ਵੀ ਹੜੱਪਾ ਕਿਹੜੀ ਨਦੀ ਦੇ ਕਿਨਾਰੇ ਹੈ? ਤਾਂ ਹੜੱਪਾ ਰਾਵੀ ਨਦੀ ਦੇ ਕਿਨਾਰੇ ਸੀ, ਰਾਵੀ ਨਦੀ। ਅਤੇ ਜਿਹੜੀ ਮੋਹਨਜੋਦਾਰੋ ਹੈ ਉਹ ਇੰਡਸ ਨਦੀ ਦੇ ਕਿਨਾਰੇ ਸੀ। ਕੁਝ ਇੰਪੋਰਟੈਂਟ ਸਾਈਟਸ ਹੈ ਇਹਨਾਂ ਦੇ। ਆਪਾਂ ਨੂੰ ਦੇਖੋ ਇੱਕ ਕੁਐਸਚਨ ਆਉਂਦਾ ਆਪਾਂ ਨੂੰ ਵੀ ਰੀਵਰ ਸਾਈਡ ਸਿਟੀਜ਼, ਜ਼ਰੂਰ ਇਹ ਕੁਐਸਚਨ ਆਉਂਦਾ ਆਪਾਂ ਨੂੰ, ਕਿਸੇ ਸਿਟੀ ਦਾ ਨਾਮ ਦੇ ਕੇ ਪੁੱਛ ਲੈਂਦੇ ਹੋ ਕਿਹੜੀ ਨਦੀ ਦੇ ਕਿਨਾਰੇ ਸੀ। ਤਾਂ ਹੜੱਪਾ ਦੇਖਦੇ ਹਾਂ, ਹੜੱਪਾ ਕਿਹਦੇ ਕਿਨਾਰੇ ਸੀ? ਰਾਵੀ ਨਦੀ ਦੇ ਕਿਨਾਰੇ। ਤਾਂ ਹੜੱਪਾ ਦੇ ਵਿੱਚ ਦੇਖੋ ਆਰੇ ਆਉਂਦਾ ਹੈ, ਆਰੇ ਤੋਂ ਤੁਸੀਂ ਆ ਰਾਵੀ ਯਾਦ ਰੱਖਣਾ। ਅਤੇ ਮੋਹਨਜੋਦਾਰੋ ਇੰਡਸ ਯਾਨੀ ਕਿ ਸਿੰਧੂ ਨਦੀ ਦੇ ਕਿਨਾਰੇ ਸੀ। ਮੋਹਨਜੋਦਾਰੋ ਦਾ ਇੱਕ ਹੋਰ ਨਾਮ ਵੀ ਹੈ, ਇਹਦਾ ਦੂਸਰਾ ਨਾਮ ਆਪਾਂ ਯਾਦ ਰੱਖਣਾ, ਇਹਨੂੰ ਮਾਊਂਡ ਆਫ ਦਾ ਡੈਡ ਵੀ ਬੋਲਦੇ। ਮਾਊਂਡ ਆਫ ਦਾ ਡੈਡ, ਇਹ ਵੀ ਕੁਐਸਚਨ ਆਪਾਂ ਨੂੰ ਆ ਸਕਦਾ। ਮਾਊਂਡ ਆਫ ਦਾ ਡੈਡ ਕਿਹਨੂੰ ਬੋਲਦੇ ਆ? ਮੋਹਨਜੋਦਾਰੋ। ਚਲਦੇ ਹਾਂ ਜੀ ਥਰਡ ਕੁਐਸਚਨ 'ਤੇ। ਚਾਣਕਿਆ ਵਾਜ਼ ਨੋਨ ਐਜ਼, ਚਾਣਕਿਆ ਦਾ ਦੂਸਰਾ ਨਾਮ ਜਾਂ ਫਿਰ ਚਾਣਕਿਆ ਦਾ ਰੀਅਲ ਨੇਮ ਕੀ ਸੀ? ਇਹਦਾ ਸੀ ਆਪਸ਼ਨ ਕਰੈਕਟ ਆਨਸਰ ਹੈ ਜੀ ਵਿਸ਼ਨੂਗੁਪਤ। ਵੈਰੀ ਇੰਪੋਰਟੈਂਟ। ਚਾਣਕਿਆ ਬਾਰੇ ਵੀ ਤੁਸੀਂ ਸੁਣਿਆ ਹੋਊਗਾ, ਆਪਣੇ ਫੇਮਸ ਟੀਚਰ ਫਿਲੋਸਫਰ ਸੀਗੇ ਹਿਸਟਰੀ ਦੇ ਵਿੱਚ ਚਾਣਕਿਆ। ਮੌਰੇ ਵੰਸ਼ ਦੇ ਆਪਣੇ ਇੱਕ ਰਾਜਾ ਸੀ ਜਿਨ੍ਹਾਂ ਦਾ ਨਾਮ ਸੀ ਚੰਦਰਗੁਪਤ ਮੌਰੇ। ਤਾਂ ਜਿਹੜੇ ਚੰਦਰਗੁਪਤ ਮੌਰੇ ਹੈ ਉਹਨਾਂ ਦੇ ਗੁਰੂ ਸੀਗੇ ਕੌਣ? ਚਾਣਕਿਆ। ਮੰਨਿਆ ਜਾਂਦਾ ਵੀ ਚੰਦਰਗੁਪਤ ਮੌਰੇ ਦੇ ਗੁਰੂ ਸੀਗੇ। ਅਤੇ ਚਾਣਕਿਆ ਦਾ ਆਪਾਂ ਇੱਕ ਹੋਰ ਨਾਮ ਵੀ ਯਾਦ ਰੱਖਣਾ ਜੀ, ਚਾਣਕਿਆ ਦਾ ਇੱਕ ਹੋਰ ਨਾਮ ਹੈ ਕੌਟਿਲਿਆ। ਚਾਣਕਿਆ ਇਜ਼ ਆਲਸੋ ਨੋਨ ਐਜ਼ ਕੌਟਿਲਿਆ। ਤਾਂ ਤਿੰਨ ਨਾਮ ਤੁਸੀਂ ਯਾਦ ਰੱਖਣੇ, ਚਾਣਕਿਆ, ਕੌਟਿਲਿਆ ਐਂਡ ਵਿਸ਼ਨੂਗੁਪਤ। ਅਤੇ ਚਾਣਕਿਆ ਕੌਣ ਸੀ? ਚੰਦਰਗੁਪਤ ਮੌਰਿਆ, ਜੋ ਕਿ ਮੌਰੇ ਵੰਸ਼ ਦੇ ਰਾਜਾ ਸੀ, ਉਹਨਾਂ ਦੇ ਗੁਰੂ ਵੀ ਸੀਗੇ, ਯਾਦ ਰੱਖਣਾ। ਅਤੇ ਇਹਨਾਂ ਨੇ ਇੱਕ ਬਹੁਤ ਹੀ ਇੰਪੋਰਟੈਂਟ ਬੁੱਕ ਲਿਖੀ ਸੀ। ਚਾਣਕਿਆ ਨੇ ਕਿਹੜੀ ਬੁੱਕ ਲਿਖੀ ਸੀ? ਬੁੱਕ ਦਾ ਨਾਮ ਹੈ ਜੀ ਅਰਥ ਸ਼ਾਸਤਰਾ।
ਚਾਣक्य ने ਕਿਹੜੀ ਬੁੱਕ ਲਿਖੀ ਸੀ? ਅਰਥ ਸ਼ਾਸਤਰਾ। ਇਹ ਵੀ ਵੈਰੀ ਇੰਪੋਰਟੈਂਟ ਬੁੱਕ ਹੈ, ਐਗਜ਼ਾਮ 'ਚ ਪੁੱਛੀ ਜਾਂਦੀ ਹੈ। ਦੇਖੋ ਇੱਕ ਆਪਸ਼ਨ ਪਈ ਹੈ ਵਿਸ਼ਾਖ ਦੱਤ, ਇਹ ਵੀ ਫੇਮਸ ਇੱਕ ਕਵੀ ਸੀਗੇ, ਇਹਨਾਂ ਦੀ ਬੁੱਕਸ ਵੀ ਆਪਾਂ ਨੂੰ ਪੁੱਛ ਲਈਆਂ ਜਾਂਦੀਆਂ। ਵਿਸ਼ਾਖ ਦੱਤ ਦੀਆਂ ਆਪਾਂ 2 ਬੁੱਕਸ ਯਾਦ ਰੱਖਣੀਆਂ। ਫਸਟ ਹੈ ਮੁਦਰ ਰਾਖਸ਼ਸ, ਮੁਦਰ ਰਾਖਸ਼ਸ, ਅਤੇ ਸੈਕਿੰਡ ਆਪਾਂ ਯਾਦ ਰੱਖਣੀ ਹੈ ਦੇਵੀ ਚੰਦਰ ਗੁਪਤਮ, ਦੇਵੀ ਚੰਦਰ ਗੁਪਤਮ, ਵੈਰੀ ਇੰਪੋਰਟੈਂਟ। ਦੇਖੋ ਰਾਖਸ਼ਸ ਕੀ ਹੁੰਦੇ ਆ? ਰਾਖਸ਼ਸ ਬਹੁਤ ਵਿਸ਼ਾਲ ਹੁੰਦੇ ਆ, ਵੱਡੇ ਹੁੰਦੇ ਆ। ਵਿਸ਼ਾਲ ਤੋਂ ਯਾਦ ਰੱਖਣਾ ਵਿਸ਼ਾਖ। ਅਤੇ ਦੇਵੀ ਚੰਦਰ ਗੁਪਤਮ ਵੀ ਬੁੱਕ ਕਿਹਨੇ ਲਿਖੀ ਸੀ? ਵਿਸ਼ਾਖ ਦੱਤ ਨੇ। ਵੈਰੀ ਇੰਪੋਰਟੈਂਟ ਬੁੱਕਸ ਹੈ। ਬੁੱਕਸ 'ਤੇ ਵੀ ਆਪਾਂ ਨੂੰ ਪਤਾ ਹੀ ਹੈ, ਬੁੱਕਸ 'ਤੇ ਆਪਾਂ ਨੂੰ ਜ਼ਰੂਰੀ ਕੁਐਸਚਨ ਪੁੱਛਿਆ ਜਾਂਦਾ, ਚਾਹੇ ਐਂਸ਼ੀਅੰਟ ਇੰਡੀਆ ਦੀ ਹੋਣ ਚਾਹੇ ਮਾਡਰਨ ਇੰਡੀਆ ਦੀ ਹੋਣ, ਆਪਾਂ ਨੂੰ ਬੁੱਕਸ ਐਗਜ਼ਾਮ ਦੇ ਵਿੱਚ ਕੁਐਸਚਨ ਜ਼ਰੂਰ ਆਉਂਦਾ। ਤਾਂ ਮੁਦਰ ਰਾਖਸ਼ਸ ਤੇ ਦੇਵੀ ਚੰਦਰ ਗੁਪਤਮ ਬੁੱਕਸ ਲਿਖੀਆਂ ਸੀ ਵਿਸ਼ਾਖ ਦੱਤ ਨੇ। ਅਰਥ ਸ਼ਾਸਤਰਾ ਕਿਹਨੇ ਲਿਖੀ ਸੀ? ਕੌਟਿਲਿਆ ਨੇ। ਚਲਦੇ ਹਾਂ ਜੀ ਨੈਕਸਟ ਕੁਐਸਚਨ 'ਤੇ। ਫੋਰਥ ਕੁਐਸਚਨ ਹੈ ਵਿਚ ਆਫ ਦਾ ਫੋਲੋਇੰਗ ਇਜ਼ ਨੋਨ ਐਜ਼ ਮਿੰਨੀ ਹੜੱਪਾ। ਤਾਂ ਆਪਾਂ ਪਹਿਲਾਂ ਹੀ ਹੜੱਪਾ ਬਾਰੇ ਪੜ੍ਹ ਕੇ ਆਏ ਹਾਂ। ਤਾਂ ਮਿੰਨੀ ਹੜੱਪਾ ਕਿਹਨੂੰ ਬੋਲਿਆ ਜਾਂਦਾ? ਇਹਨਾਂ 'ਚੋਂ ਕਿਹੜੀ ਆਪਸ਼ਨ ਹੈ ਜਿਹਨੂੰ ਮਿੰਨੀ ਹੜੱਪਾ ਬੋਲਿਆ ਜਾਂਦਾ? ਕਿਹੜੀ ਸਾਈਟ ਹੈ? ਇਹਦਾ ਸੈਕਿੰਡ ਆਪਸ਼ਨ ਕਰੈਕਟ ਆਨਸਰ ਹੈ ਲੋਥਲ। ਤਾਂ ਲੋਥਲ ਵੈਰੀ ਇੰਪੋਰਟੈਂਟ ਸਾਈਟ ਹੈ ਇੰਡਸ ਵੈਲੀ ਸਿਵਲਾਈਜੇਸ਼ਨ ਦੀ। ਤਾਂ ਲੋਥਲ ਨੂੰ ਇੱਕ ਹੋਰ ਨਾਮ ਵੀ ਦਿੱਤਾ ਜਾਂਦਾ। ਲੋਥਲ ਨੂੰ ਬੋਲਿਆ ਜਾਂਦਾ ਮੈਨਚੈਸਟਰ ਆਫ ਇੰਡਸ ਵੈਲੀ ਸਿਵਲਾਈਜੇਸ਼ਨ। ਹੜੱਪਾ ਸੱਭਿਅਤਾ ਦਾ ਮੈਨਚੈਸਟਰ ਵੀ ਬੋਲਿਆ ਜਾਂਦਾ। ਹੜੱਪਾ ਸੱਭਿਅਤਾ ਦਾ ਮੈਨਚੈਸਟਰ, ਇੰਡਸ ਵੈਲੀ ਸਿਵਲਾਈਜੇਸ਼ਨ ਦਾ ਮੈਨਚੈਸਟਰ ਬੋਲਿਆ ਜਾਂਦਾ ਲੋਥਲ ਨੂੰ। ਇਸ ਤਰੀਕੇ ਨਾਲ ਆਪਾਂ ਨੂੰ ਹੋਰ ਵੀ ਕੁਐਸਚਨ ਪੁੱਛ ਲਏ ਜਾਂਦੇ ਆ ਵੀ ਦੱਸੋ ਜੀ ਮੈਨਚੈਸਟਰ ਆਫ ਇੰਡੀਆ ਕਿਹਨੂੰ ਕਹਿੰਦੇ ਆ? ਮੈਨਚੈਸਟਰ ਆਫ ਇੰਡੀਆ, ਤਾਂ ਮੈਨਚੈਸਟਰ ਆਫ ਇੰਡੀਆ ਕਹਿੰਦੇ ਜੀ ਅਹਿਮਦਾਬਾਦ ਨੂੰ, ਅਹਿਮਦਾਬਾਦ। ਉਸ ਤੋਂ ਬਾਅਦ ਆਪਾਂ ਨੂੰ ਪੁੱਛਿਆ ਜਾਂਦਾ ਮੈਨਚੈਸਟਰ ਆਫ ਨਾਰਥ ਇੰਡੀਆ, ਇਕੱਲੇ ਉੱਤਰ ਭਾਰਤ ਦਾ ਮੈਨਚੈਸਟਰ ਆਫ ਨਾਰਥ ਇੰਡੀਆ ਬੋਲਿਆ ਜਾਂਦਾ ਕਾਨਪੁਰ, ਕਾਨਪੁਰ। ਉਸੇ ਤਰੀਕੇ ਨਾਲ ਆਪਾਂ ਨੂੰ ਪੁੱਛਿਆ ਜਾਂਦਾ ਮੈਨਚੈਸਟਰ ਆਫ ਸਾਊਥ ਇੰਡੀਆ, ਸਾਊਥ ਇੰਡੀਆ ਦਾ ਮੈਨਚੈਸਟਰ ਬੋਲਿਆ ਜਾਂਦਾ ਕੋਇੰਬਟੋਰ ਨੂੰ, ਕੋਇੰਬਟੋਰ ਤਮਿਲਨਾਡੂ 'ਚ। ਯਾਦ ਰੱਖਣੇ ਆ। ਉਸੇ ਤਰੀਕੇ ਨਾਲ ਆਪਾਂ ਨੂੰ ਪੁੱਛਿਆ ਜਾਂਦਾ ਮੈਨਚੈਸਟਰ ਆਫ ਪੰਜਾਬ, ਮੈਨਚੈਸਟਰ ਆਫ ਪੰਜਾਬ। ਤਾਂ ਪੰਜਾਬ ਦਾ ਮੈਨਚੈਸਟਰ ਕਿਹਨੂੰ ਬੋਲਿਆ ਜਾਂਦਾ? ਲੁਧਿਆਣਾ, PB 10। ਤਾਂ ਇਹ ਸਾਰੇ ਯਾਦ ਰੱਖਣੇ। ਮੈਨਚੈਸਟਰ ਆਫ ਪੰਜਾਬ ਹੋ ਜੂਗਾ ਲੁਧਿਆਣਾ, ਇੰਡਸ ਵੈਲੀ ਸਿਵਲਾਈਜੇਸ਼ਨ ਦਾ ਲੋਥਲ, ਇੰਡੀਆ ਦਾ ਅਹਿਮਦਾਬਾਦ, ਨਾਰਥ ਇੰਡੀਆ ਦਾ ਕਾਨਪੁਰ ਅਤੇ ਸਾਊਥ ਇੰਡੀਆ ਦਾ ਕੋਇੰਬਟੋਰ। ਦੇਖੋ ਸਾਰੇ ਇੰਪੋਰਟੈਂਟ ਕੁਐਸਚਨ ਹੈ। ਜੋ ਵੀ ਮੈਂ ਬੋਲ ਰਿਹਾ ਕੁਐਸਚਨ ਹੀ ਆਪਣੇ ਆਪ 'ਚ ਤੁਸੀਂ ਇਹਨਾਂ ਕੁਐਸਚਨ ਨੂੰ ਜ਼ਰੂਰ ਆਪਣੇ ਕਾਪੀ ਪੈਨ ਲੈ ਕੇ ਨਾਲ ਰੱਖਣਾ ਅਤੇ ਨੋਟ ਕਰਨਾ। ਇਹੀ ਕੁਐਸਚਨ ਡਿਟੋ ਤੁਹਾਨੂੰ ਐਗਜ਼ਾਮ ਦੇ ਵਿੱਚ ਪੁੱਛੇ ਜਾਣਗੇ। ਫਿਫਥ ਕੁਐਸਚਨ ਹੈ ਵਾਸਕੋ ਡਾ ਗਾਮਾ ਡਿਸਕਵਰਡ ਦਾ ਸੀ ਰੂਟ ਟੂ ਇੰਡੀਆ ਇਨ ਵਿਚ ਆਫ ਦਾ ਫੋਲੋਇੰਗ ਈਅਰਸ। ਵਾਸਕੋ ਡਾ ਗਾਮਾ ਹਿਸਟਰੀ 'ਤੇ ਕੁਐਸਚਨ ਹੈ। ਮਾਡਰਨ ਇੰਡੀਆ ਦੀ ਸ਼ੁਰੂਆਤ ਇੱਥੋਂ ਹੋ ਜਾਂਦੀ ਹੈ। ਜਦੋਂ ਵਾਸਕੋ ਡਾ ਗਾਮਾ ਇੰਡੀਆ 'ਚ ਆਉਂਦਾ ਤਾਂ ਕਹਿੰਦੇ ਉਹ ਕਦੋਂ ਇੰਡੀਆ 'ਚ ਆਉਂਦਾ? ਤਾਂ ਕਿਹੜੇ ਸੰਨ ਦੇ ਵਿੱਚੋਂ ਇੰਡੀਆ 'ਚ ਆਇਆ ਸੀ? ਸੀ ਰੂਟ, ਸਮੁੰਦਰੀ ਰਸਤੇ ਤੋਂ ਆਇਆ ਸੀ। ਇਹਦਾ ਫੋਰਥ ਆਪਸ਼ਨ ਕਰੈਕਟ ਆਨਸਰ ਹੈ 1498। ਇਹ ਗੱਲ ਹੈ ਜੀ 1498 ਦੇ ਵਿੱਚ, ਜਦੋਂ ਵਾਸਕੋ ਡਾ ਗਾਮਾ, ਵਾਸਕੋ ਡਾ ਗਾਮਾ ਕੌਣ ਸੀ? ਵਾਸਕੋ ਡਾ ਗਾਮਾ ਪੁਰਤਗਾਲੀ ਸੀ, ਪੁਰਤਗਾਲੀ, ਯਾਨੀ ਕਿ ਉਹ ਪੁਰਤਗਾਲ ਤੋਂ ਆਇਆ ਸੀ। ਤਾਂ ਕਾਫੀ ਇੰਪੋਰਟੈਂਟ ਹੈ, ਪੁਰਤਗਾਲ ਤੋਂ ਆਇਆ ਸੀ। ਆਪਾਂ ਨੂੰ ਪੁਰਤਗਾਲ ਦੀ ਕੈਪੀਟਲ ਵੀ ਪੁੱਛ ਸਕਦੇ ਆ। ਪੁਰਤਗਾਲ ਦੀ ਕੈਪੀਟਲ ਹੈ ਜੀ ਲਿਸਬਨ। ਪੁਰਤਗਾਲ ਦੀ ਕੈਪੀਟਲ ਕੀ ਹੈ? ਲਿਸਬਨ। ਧਿਆਨ ਨਾਲ ਬੋਲਣਾ, ਲਿਸਬਨ ਹੀ ਬੋਲਣਾ। ਪੁਰਤਗਾਲ ਦੀ ਕੈਪੀਟਲ ਹੈ ਲਿਸਬਨ। ਅਤੇ ਪੋਰਤੁਗੀਜ਼ ਕੌਣ ਸੀ? ਆਪਾਂ ਨੂੰ ਕੁਐਸਚਨ ਇੱਕ ਹੋਰ ਬਣ ਸਕਦਾ ਹੈ ਵੀ ਪੋਰਤੁਗੀਜ਼ ਵਾਜ਼ ਫਸਟ ਟੂ ਕਮ ਐਂਡ ਲਾਸਟ ਟੂ ਲੀਵ, ਫਸਟ ਟੂ ਕਮ ਐਂਡ ਲਾਸਟ ਟੂ ਲੀਵ। ਯਾਨੀ ਕਿ ਇੰਡੀਆ 'ਚ ਸਭ ਤੋਂ ਪਹਿਲਾਂ ਆਉਣ ਵਾਲੇ ਕੌਣ ਹੁੰਦੇ ਆ? ਯੂਰੋਪੀਅਨਸ, ਪੁਰਤਗਾਲੀ। ਅਤੇ ਸਭ ਤੋਂ ਲਾਸਟ ਵਿੱਚ ਜਾਂਦੇ ਕੌਣ ਹੈ? ਪੁਰਤਗਾਲੀ। ਯਾਨੀ ਕਿ ਉਹ ਅੰਗਰੇਜ਼ਾਂ ਤੋਂ ਵੀ ਬਾਅਦ 'ਚ ਜਾਂਦੇ ਨੇ। ਅੰਗਰੇਜ਼ ਹੀ ਆਪਾਂ ਨੂੰ ਪਹਿਲਾਂ 1947 ਦੇ ਵਿੱਚ ਹੀ ਕੁਇਟ ਕਰ ਜਾਂਦੇ ਇੰਡੀਆ ਨੂੰ, ਲੇਕਿਨ ਪੁਰਤਗਾਲੀ ਉਸ ਤੋਂ ਲੇਟ ਜਾਂਦੇ ਨੇ। ਤਾਂ ਫਸਟ ਟੂ ਕਮ ਐਂਡ ਲਾਸਟ ਟੂ ਲੀਵ, ਇਹ ਵੀ ਕੌਣ ਸੀ? ਪੁਰਤਗੀਜ਼। ਪੁਰਤਗਾਲ ਦੀ ਕੈਪੀਟਲ ਕੀ ਹੈ ਜੀ? ਲਿਸਬਨ। 1498 ਦੇ ਵਿੱਚ ਕੌਣ ਆਇਆ ਸੀ? ਵਾਸਕੋ ਡਾ ਗਾਮਾ। ਚੱਲਦਾ ਜੀ ਆਪਣੇ ਨੈਕਸਟ ਕੁਐਸਚਨ ਦੇ। ਦ ਅੰਡੇਮਾਨ ਇਜ਼ ਸੈਪਰੇਟਿਡ ਫਰੋਮ ਨਿਕੋਬਾਰ ਬਾਈ ਵਿਚ ਵਾਟਰ ਬੋਡੀ। ਤਾਂ ਅੰਡੇਮਾਨ ਨਿਕੋਬਾਰ ਇੰਡੀਆ ਦੇ ਵਿੱਚ ਇੱਕ ਆਈਲੈਂਡਸ ਹੈ। ਤਾਂ ਇੰਡੀਆ ਦਾ ਜੇ ਆਪਾਂ ਸਟਰਕਚਰ ਦੇਖੀਏ ਨੀਚੇ ਸਾਊਥ ਇੰਡੀਆ, ਤਾਂ ਇੰਡੀਆ ਦੇ ਵਿੱਚ ਇੱਥੇ ਬੇ ਆਫ ਬੰਗਾਲ ਹੈ, ਬੰਗਾਲ ਦੀ ਖਾੜੀ ਹੈ ਨਾ, ਬੇ ਆਫ ਬੰਗਾਲ ਹੈ। ਇਸ ਪਾਸੇ ਅਰੇਬੀਅਨ ਸੀ ਹੈ, ਅਰਬ ਸਾਗਰ, ਅਤੇ ਇਸ ਪਾਸੇ ਹੈ ਰਾਈਟ ਸਾਈਡ 'ਤੇ ਬੇ ਆਫ ਬੰਗਾਲ। ਬੇ ਆਫ ਬੰਗਾਲ ਦੇ ਵਿੱਚ ਆਪਣੇ ਕੋਲ ਆਈਲੈਂਡਸ ਹੈ, ਆਹ ਆਈਲੈਂਡਸ ਹੈ ਅੰਡੇਮਾਨ ਨਿਕੋਬਾਰ। ਹੁਣ ਅੰਡੇਮਾਨ ਉੱਪਰ ਹੈ, ਨਿਕੋਬਾਰ ਨੀਚੇ ਹੈ। ਇਹਨਾਂ ਦੇ ਵਿੱਚ ਇੱਕ ਚੈਨਲ ਹੈ, ਸਮੁੰਦਰੀ ਰਸਤਾ ਹੈ, ਉਹਦਾ ਨਾਮ ਆਪਾਂ ਦੱਸਣਾ। ਉਹਦਾ ਨਾਮ ਹੈ ਜੀ 10 ਡਿਗਰੀ ਚੈਨਲ। ਵੈਰੀ ਇੰਪੋਰਟੈਂਟ ਕੁਐਸਚਨ। ਤਾਂ 10 ਡਿਗਰੀ ਚੈਨਲ ਕੀ ਕਰਦਾ? ਸੈਪਰੇਟ ਕਰਦਾ ਅੰਡੇਮਾਨ ਨੂੰ ਕਿਹਦੇ ਨਾਲ? ਨਿਕੋਬਾਰ ਦੇ ਨਾਲ। ਤਾਂ ਅੰਡੇਮਾਨ ਅਤੇ ਨਿਕੋਬਾਰ ਆਈਲੈਂਡ ਨੂੰ ਸੈਪਰੇਟ ਕਰਦਾ 10 ਡਿਗਰੀ ਚੈਨਲ।
ਆਪਾਂ ਨੂੰ ਕੈਪੀਟਲ ਪੁੱਛ ਸਕਦੇ ਜੀ ਅੰਡੇਮਾਨ ਨਿਕੋਬਾਰ ਦੀ। ਅੰਡੇਮਾਨ ਨਿਕੋਬਾਰ ਦੀ ਕੈਪੀਟਲ ਹੈ ਜੀ ਪੋਰਟ ਬਲੇਅਰ। ਵੈਰੀ ਇੰਪੋਰਟੈਂਟ। ਕੈਪੀਟਲਸ ਆਪਾਂ ਨੂੰ ਜ਼ਰੂਰ ਯਾਦ ਰੱਖਣੀ ਹੈ। ਕਿਸੇ ਵੀ ਸਟੇਟ ਦਾ ਨਾਮ ਆਉਂਦਾ, ਕਿਸੇ ਵੀ ਯੂਨੀਅਨ ਟੈਰੀਟਰੀ ਦਾ ਨਾਮ ਆਉਂਦਾ, ਕਿਸੇ ਵੀ ਕੰਟਰੀ ਦਾ ਨਾਮ ਆਉਂਦਾ, ਆਪਾਂ ਨੂੰ ਇਹਨਾਂ ਦੀ ਕੈਪੀਟਲਸ ਯਾਦ ਰੱਖਣਾ ਬਹੁਤ ਇੰਪੋਰਟੈਂਟ ਹੈ। ਆਪਾਂ ਨੂੰ ਕੈਪੀਟਲਸ 'ਤੇ ਵੀ ਕੁਐਸਚਨ ਆ ਸਕਦਾ, ਅਤੇ ਵੈਸੇ ਵੀ ਆਪਾਂ ਨੂੰ ਆਮ ਜ਼ਿੰਦਗੀ ਦੇ ਵਿੱਚ ਇਹਨਾਂ ਦੀ ਕੈਪੀਟਲਸ ਪਤਾ ਹੋਣੀਆਂ ਚਾਹੀਦੀਆਂ। ਆਪਣੀ ਨੌਲੇਜ ਦੀ ਨਿਸ਼ਾਨੀ ਹੈ ਨਾ, ਜ਼ਰੂਰ ਇਹਨੂੰ ਯਾਦ ਰੱਖਣਾ। ਤਾਂ ਅੰਡੇਮਾਨ ਇਜ਼ ਸੈਪਰੇਟਿਡ ਫਰੋਮ ਨਿਕੋਬਾਰ ਬਾਈ 10 ਡਿਗਰੀ ਚੈਨਲ। ਅੰਡੇਮਾਨ ਨਿਕੋਬਾਰ 'ਤੇ ਅਗਲਾ ਕੁਐਸਚਨ ਕੀ ਆ ਸਕਦਾ ਹੈ ਵੀ ਕਿੱਥੇ ਹੈ ਇਹ? ਬੇ ਆਫ ਬੰਗਾਲ ਦੇ ਵਿੱਚ ਹੈ, ਬੰਗਾਲ ਦੀ ਖਾੜੀ ਦੇ ਵਿੱਚ ਹੈ। ਸੀ ਆਪਸ਼ਨ ਪਈ ਹੈ ਦੇਖੋ ਪਾਕ ਸਟੇਟ। ਇਸ 'ਤੇ ਕੀ ਕੁਐਸਚਨ ਬਣੂਗਾ? ਜਿਵੇਂ ਦੇਖੋ ਆਪਾਂ ਆਪਸ਼ਨ ਤੋਂ ਕੁਐਸਚਨ ਬਣਾਵਾਂਗੇ, ਤਾਂ ਆਪਸ਼ਨ ਪਈ ਹੈ ਪਾਕ ਸਟੇਟ। ਤੁਹਾਨੂੰ ਐਗਜ਼ਾਮ 'ਚ ਕੁਐਸਚਨ ਕੀ ਆਊਗਾ? ਪਾਕ ਸਟੇਟ ਕਿਹਨੂੰ ਸੈਪਰੇਟ ਕਰਦਾ ਹੈ? ਸੈਪਰੇਟ ਕਿਹਨੂੰ ਕਰਦਾ ਹੈ? ਪਾਕ ਸਟੇਟ ਸੈਪਰੇਟ ਕਰਦਾ ਹੈ ਇੰਡੀਆ ਨੂੰ ਕਿਹਦੇ ਨਾਲ? ਸ਼੍ਰੀਲੰਕਾ ਨਾਲ। ਤਾਂ ਇੰਡੀਆ ਐਂਡ ਸ਼੍ਰੀਲੰਕਾ ਇਜ਼ ਸੈਪਰੇਟਿਡ ਬਾਏ ਪਾਕ ਸਟੇਟ। ਸ਼੍ਰੀਲੰਕਾ ਦੀ ਕੈਪੀਟਲ ਹੈ ਜੀ ਸ਼੍ਰੀ ਜੈਵਰਧਨੇਪੁਰੇ ਕੋਟੇ। ਸ਼੍ਰੀਲੰਕਾ ਦੀ ਕੈਪੀਟਲ ਕੀ ਹੈ? ਸ਼੍ਰੀ ਜੈਵਰਧਨੇਪੁਰੇ ਕੋਟੇ। ਜੋ ਮੈਂ ਬੋਲ ਰਿਹਾ ਨੂੰ ਨਾਲ ਨਾਲ ਤੁਸੀਂ ਲਿਖ ਲੈਣਾ। ਅੰਡੇਮਾਨ ਨਿਕੋਬਾਰ 'ਤੇ ਇੱਕ ਹੋਰ ਕੁਐਸਚਨ ਆ ਸਕਦਾ ਵੀ ਇੰਡੀਆ ਦੇ ਇਕਲੌਤੇ ਓਨਲੀ ਐਕਟਿਵ ਵੋਲਕੈਨੋ। ਵੋਲਕੈਨੋਸ ਕੀ ਹੁੰਦੇ ਆ? ਜਵਾਲਾਮੁਖੀ। ਤਾਂ ਇੰਡੀਆ ਦੇ ਇਕਲੌਤੇ ਓਨਲੀ ਐਕਟਿਵ ਜੋ ਕਿ ਫਟ ਸਕਦੇ ਆ, ਐਕਟਿਵ ਵੋਲਕੈਨੋਸ ਕਿੱਥੇ ਆ? ਇਹ ਵੀ ਅੰਡੇਮਾਨ ਨਿਕੋਬਾਰ 'ਚ ਹੀ ਹੈ। ਅਤੇ ਅੰਡੇਮਾਨ ਨਿਕੋਬਾਰ ਦੇ ਕਿਹੜੇ ਆਈਲੈਂਡਸ ਹੈ? ਇਹ ਵੀ ਕੁਐਸਚਨ ਬਹੁਤ ਇੰਪੋਰਟੈਂਟ ਹੈ। ਉਸ ਆਈਲੈਂਡ ਦਾ ਨਾਮ ਹੈ ਬੈਰਨ ਆਈਲੈਂਡਸ। ਅੱਜ ਜ਼ਿਆਦਾਤਰ ਕੁਐਸਚਨ ਆਪਣੇ ਹਿਸਟਰੀ ਦੇ ਹੈ, ਅਤੇ ਇਹ ਕੁਐਸਚਨ ਇਹਦੇ ਵਿੱਚੋਂ ਆਪਣਾ ਜੋਗਰਾਫੀ ਦਾ ਆਇਆ। ਮਿਕਸ ਕੁਐਸਚਨ ਹੋਣਗੇ, ਸਾਰੇ ਇੰਪੋਰਟੈਂਟ ਕੁਐਸਚਨਸ ਨੂੰ ਆਪਾਂ ਡਿਸਕਸ ਕਰਾਂਗੇ। ਜੋ ਵੀ ਆਪਾਂ ਨੂੰ ਐਗਜ਼ਾਮ ਦੇ ਵਿੱਚ ਚੀਜ਼ਾਂ ਪੁੱਛੀਆਂ ਜਾਂਦੀਆਂ ਉਹ ਮੈਂ ਤੁਹਾਨੂੰ ਇੱਥੇ ਦੱਸੂੰਗਾ। ਤਾਂ ਓਨਲੀ ਐਕਟਿਵ ਵੋਲਕੈਨੋ ਇੰਡੀਆ ਦੇ ਬੈਰਨ ਆਈਲੈਂਡਸ। ਤਾਂ ਬੈਰਨ ਆਈਲੈਂਡਸ ਕਿੱਥੇ ਹੈ? ਅੰਡੇਮਾਨ ਐਂਡ ਨਿਕੋਬਾਰ। ਸ਼੍ਰੀਲੰਕਾ ਦੀ ਕੈਪੀਟਲ ਕੀ ਹੈ? ਸ਼੍ਰੀ ਜੈਵਰਧਨੇਪੁਰੇ ਕੋਟੇ। ਦੇਖੋ ਮੈਂ ਤੁਹਾਨੂੰ ਦਿਖ ਤਾਂ ਨਹੀਂ ਰਿਹਾ, ਪਰ ਮੈਂ ਇੱਥੇ ਹੀ ਹਾਂ। ਤੁਸੀਂ ਕੁਐਸਚਨ ਨੂੰ ਤੁਹਾਡੇ ਸਾਹਮਣੇ ਹੀ ਬੋਲ ਰਹੇ, ਤੁਸੀਂ ਇਹਨੂੰ ਯਾਦ ਰੱਖਣਾ। ਚੱਲਦੇ ਹਾਂ ਜੀ 7th ਕੁਐਸਚਨ 'ਤੇ। ਹੂ ਵਾਜ਼ ਦਾ ਫਾਊਂਡਰ ਆਫ ਸਰਵੈਂਟਸ ਆਫ ਇੰਡੀਆ ਸੁਸਾਇਟੀ? ਤਾਂ ਇੱਕ ਸੁਸਾਇਟੀ ਹੈ ਸਰਵੈਂਟਸ ਆਫ ਇੰਡੀਆ ਸੁਸਾਇਟੀ, ਉਹਦੇ ਫਾਊਂਡਰ। ਮਾਡਰਨ ਹਿਸਟਰੀ ਦਾ ਕੁਐਸਚਨ ਹੈ, ਇਹਦਾ ਆਨਸਰ ਹੈ ਜੀ ਇਹ ਆਪਸ਼ਨ ਜੀ.ਕੇ. ਗੋਖਲੇ। ਜੀ.ਕੇ. ਗੋਖਲੇ। ਜੀ.ਕੇ. ਪੜ੍ਹ ਰਹੇ ਹੋ ਨਾ? ਜੀ.ਕੇ. ਗੋਖਲੇ, ਗੋਪਾਲ ਕ੍ਰਿਸ਼ਨ ਗੋਖਲੇ। ਗੋਪਾਲ ਕ੍ਰਿਸ਼ਨ ਗੋਖਲੇ 'ਤੇ ਆਪਾਂ ਨੂੰ ਕੁਐਸਚਨ ਹੋਰ ਆਊਗਾ। ਗੋਪਾਲ ਕ੍ਰਿਸ਼ਨ ਗੋਖਲੇ ਕੌਣ ਸਨ? ਹੀ ਵਾਜ਼ ਦਾ ਪੋਲੀਟੀਕਲ ਐਡਵਾਈਜ਼ਰ ਆਫ ਮਹਾਤਮਾ ਗਾਂਧੀ। ਵੈਰੀ ਇੰਪੋਰਟੈਂਟ। ਮਹਾਤਮਾ ਗਾਂਧੀ ਜੀ ਦੇ ਪੋਲੀਟੀਕਲ ਐਡਵਾਈਜ਼ਰ, ਪੋਲੀਟੀਕਲ ਗੁਰੂ, ਰਾਜਨੀਤਿਕ ਗੁਰੂ ਕੌਣ ਸਨ? ਗੋਪਾਲ ਕ੍ਰਿਸ਼ਨ ਗੋਖਲੇ। ਵੈਰੀ ਇੰਪੋਰਟੈਂਟ ਕੁਐਸਚਨ। ਤਾਂ ਗੋਪਾਲ ਕ੍ਰਿਸ਼ਨ ਗੋਖਲੇ ਤੋਂ ਕਾਫੀ ਇਨਫਲੂਐਂਸ ਸੀਗੇ ਕੌਣ? ਮਹਾਤਮਾ ਗਾਂਧੀ। ਫਿਰ ਉਹਨਾਂ ਨੇ ਫਰੀਡਮ ਸਟਰਗਲ ਦੇ ਵਿੱਚ ਆਪਣੇ ਹਿੱਸਾ ਲਿਆ, ਹੈ ਨਾ। ਇਹ ਚੀਜ਼ਾਂ ਯਾਦ ਰੱਖਣੀਆਂ ਕਾਫੀ ਇੰਪੋਰਟੈਂਟ ਹੈ। ਫਿਰ ਜਿਵੇਂ ਦੇਖੋ ਆਪਸ਼ਨਾਂ ਪਈਆਂ, ਜਿਵੇਂ ਬਾਲ ਗੰਗਾਧਰ ਤਿਲਕ ਹੈ, ਬਿਪਿਨ ਚੰਦਰ ਪਾਲ ਹੈ, ਇਹਨਾਂ ਦੇ ਕੀ ਕੁਐਸਚਨ ਬਣ ਸਕਦਾ ਹੈ? ਇੱਕ ਆਪਾਂ ਪੜ੍ਹਿਆ ਸੀ ਨਾ ਲਾਲ ਬਾਲ ਪਾਲ। ਇਹ ਕੁਐਸਚਨ ਬਹੁਤ ਵਾਰੀ ਐਗਜ਼ਾਮ 'ਚ ਪੁੱਛਿਆ ਜਾਊਗਾ। ਲਾਲ ਬਾਲ ਪਾਲ। ਲਾਲ ਮਤਲਬ ਲਾਲਾ ਲਾਜਪਤ ਰਾਏ, ਬਾਲ ਮਤਲਬ ਬਾਲ ਗੰਗਾਧਰ ਤਿਲਕ, ਪਾਲ ਮਤਲਬ ਬਿਪਿਨ ਚੰਦਰ ਪਾਲ। ਇਹਨਾਂ ਨੇ 1905 ਦੇ ਵਿੱਚ ਇੱਕ ਅੰਦੋਲਨ ਕੀਤਾ ਸੀ ਜਿਹਦਾ ਨਾਮ ਹੈ ਜੀ ਸਵਦੇਸ਼ੀ ਮੂਵਮੈਂਟ। ਵੈਰੀ ਇੰਪੋਰਟੈਂਟ, ਸਵਦੇਸ਼ੀ ਮੂਵਮੈਂਟ। ਇਹ ਕੁਐਸਚਨ ਵੀ ਐਗਜ਼ਾਮ 'ਚ ਬਹੁਤ ਵਾਰੀ ਪੁੱਛਿਆ ਜਾਂਦਾ ਹੈ। ਸਵਦੇਸ਼ੀ ਮੂਵਮੈਂਟ ਕਦੋਂ ਹੋਈ ਸੀ? 1905 ਦੇ ਵਿੱਚ। ਅਤੇ ਇਹਦੇ ਵਿੱਚ ਮੇਨ ਹਿੱਸੇਦਾਰੀ ਕਿਹਦੀ ਸੀ? ਲਾਲ ਬਾਲ ਪਾਲ। ਠੀਕ ਹੈ ਜੀ, ਜ਼ਰੂਰੀ ਯਾਦ ਰੱਖਣਾ। ਚੱਲਦੇ ਹਾਂ ਜੀ ਆਪਣੇ ਨੈਕਸਟ ਕੁਐਸਚਨ 'ਤੇ। 8th ਕੁਐਸਚਨ ਹੈ, ਹੂ ਮੰਗ ਦਾ ਫੋਲੋਇੰਗ ਯੂਰੋਪੀਅਨਸ ਵਾਜ਼ ਫਸਟ ਟੂ ਕੇਮ ਇੰਡੀਆ ਟੂ ਇਸਟੈਬਲਿਸ਼ ਟ੍ਰੇਡ ਰਿਲੇਸ਼ਨ ਵਿਦ ਦੇਅਰ ਕੰਟਰੀ। ਵੈਰੀ ਇੰਪੋਰਟੈਂਟ। ਆਪਾਂ ਹੁਣੇ ਪਿੱਛੇ ਡਿਸਕਸ ਕਰਕੇ ਆਏ, ਇਹਦਾ ਆਨਸਰ ਤੁਸੀਂ ਆਪ ਹੀ ਦੇ ਸਕਦੇ ਹੋ ਵੀ ਪਹਿਲੇ ਯੂਰੋਪੀਅਨਸ ਕੌਣ ਸੀ ਜਿਹੜੇ ਇੰਡੀਆ 'ਚ ਪਹਿਲਾਂ ਆਏ ਸੀ। ਇਹਦਾ ਆਨਸਰ ਮੈਂ ਤੁਹਾਨੂੰ ਦੱਸ ਹੀ ਦਿੱਤਾ। ਇਹਦਾ ਆਨਸਰ ਹੈ ਜੀ ਪੁਰਤਗੀਜ਼, ਯਾਨੀ ਕਿ ਪੁਰਤਗਾਲੀ ਆਏ ਸੀ। ਕਦੋਂ ਆਏ ਸੀ? 1498 ਦੇ ਵਿੱਚ ਆਏ ਸੀ। ਨਾਲ ਨਾਲ ਤੁਹਾਡੀ ਰਿਵੀਜ਼ਨ ਵੀ ਹੋ ਰਹੀ ਹੈ। ਕੌਣ ਆਇਆ ਸੀ? ਵਾਸਕੋ ਡਾ ਗਾਮਾ। ਵਾਸਕੋ ਡਾ ਗਾਮਾ, ਹੈ ਨਾ। 1498 ਦੇ ਵਿੱਚ ਪੁਰਤਗਾਲੀ। ਪੁਰਤਗਾਲ ਦੀ ਕੈਪੀਟਲ ਕੀ ਹੈ ਜੀ? ਲਿਸਬਨ। ਕੀ ਯਾਦ ਰੱਖਣਾ ਆਪਾਂ? ਫਸਟ ਟੂ ਕੇਮ ਐਂਡ ਲਾਸਟ ਟੂ ਲੀਵ। ਇਹਦਾ ਉਲਟਾ ਕਰ ਦਈਏ ਜੇ ਆਪਾਂ ਵੀ ਇੰਡੀਆ 'ਚ ਸਭ ਤੋਂ ਲਾਸਟ ਵਿੱਚ ਕੌਣ ਆਏ ਪਰ ਸਭ ਤੋਂ ਪਹਿਲਾਂ ਚਲੇ ਗਏ। ਕੁਐਸਚਨ ਕੀ ਬਣੂਗਾ? ਲਾਸਟ ਟੂ ਕਮ, ਯਾਨੀ ਕਿ ਸਭ ਤੋਂ ਲਾਸਟ ਆਏ, ਬਟ ਫਸਟ ਟੂ ਲੀਵ। ਲੇਕਿਨ ਜੋ ਸਭ ਤੋਂ ਪਹਿਲਾਂ ਇੰਡੀਆ 'ਚੋਂ ਚਲੇ ਗਏ ਉਹ ਆ ਸੀ ਜੀ ਫਰੈਂਚ। ਤਾਂ ਫਰੈਂਚ ਜੋ ਸੀ ਉਹ ਕਿਸੇ ਲਾਸਟ ਟੂ ਕਮ ਬਟ ਫਸਟ ਟੂ ਲੀਵ। ਵੈਰੀ ਇੰਪੋਰਟੈਂਟ। ਚਲਦੇ ਜੀ 9th ਕੁਐਸਚਨ 'ਤੇ। ਫਾਹੀਆਨ ਕੇਮ ਇਨ ਦਾ ਪੀਰੀਅਡ ਆਫ। ਫਾਹੀਆਨ। ਫਾਹੀਆਨ ਕੌਣ ਸੀ? ਬਹੁਤ ਹੀ ਡਰਾਵਣਾ ਜਿਹਾ ਨਾਮ ਹੈ, ਹੈ ਨਾ। ਫਾਹੀਆਨ ਕੌਣ ਸੀ? ਫਾਹੀਆਨ ਸੀ ਚਾਈਨੀਜ਼ ਰਿਲੀਜੀਅਸ ਪਿਲਗ੍ਰਿਮ, ਇੱਕ ਧਰਮ ਯਾਤਰੀ। ਪਿਲਗ੍ਰਿਮ ਮਤਲਬ ਇੱਕ ਧਰਮ ਯਾਤਰੀ। ਚਾਈਨੀਜ਼ ਰਿਲੀਜੀਅਸ ਪਿਲਗ੍ਰਿਮ, ਇੱਕ ਧਰਮ ਗੁਰੂ, ਇੱਕ ਟਰੈਵਲਰ। ਚਾਈਨਾ ਤੋਂ ਆਇਆ ਸੀ। ਦੇਖੋ ਚਾਈਨਾ ਤੋਂ ਹੁਣ ਆਉਣ ਵਾਲੀ ਚੀਜ਼ਾਂ ਦਾ ਤਾਂ ਆਪਾਂ ਨੂੰ ਡਰ ਹੀ ਲੱਗਦਾ, ਹੈ ਨਾ। ਉਵੇਂ ਫਾਹੀਆਨ ਵੀ ਆਇਆ ਸੀ ਚਾਈਨਾ ਤੋਂ। ਚਾਈਨੀਜ਼ ਰਿਲੀਜਨ ਪਿਲਗ੍ਰਿਮ ਸੀਗਾ ਉਹ। ਕਹਿੰਦੇ ਕਿਹਦੇ ਟਾਈਮ ਦੇ ਵਿੱਚ ਇੰਡੀਆ 'ਚ ਆਇਆ ਸੀ?
ਤਾਂ ਇਹਦਾ फोर्थ ऑप्शन करैक्ट आंसर है चंद्रगुप्त सैकेंड। इत्थे तुसी सैकेंड भी नाल पा लेना, चंद्रगुप्त द्वितीय। चंद्रगुप्त सैकेंड जदों राजा हुंदा सी गुप्त वंश दा, ਤਾਂ ਉਹਦੇ ਟਾਈਮ 'ਚ ਕੌਣ ਆਇਆ ਸੀ ਇੰਡੀਆ 'ਚ? ਫਾਹੀਆਨ। ਇਹ ਕੁਐਸਚਨ ਬਹੁਤ ਇੰਪੋਰਟੈਂਟ ਹੈ ਜੀ, ਮੋਸਟ ਵਾਂਟਡ ਕੁਐਸਚਨ ਹੈ, ਸਿਰਾ ਕੁਐਸਚਨ ਹੈ। ਇਹ ਕੁਐਸਚਨ ਤੁਸੀਂ ਜ਼ਰੂਰ ਯਾਦ ਰੱਖਣਾ। ਜਿਵੇਂ ਇੱਕ ਆਪਾਂ ਨੂੰ ਪੁੱਛਿਆ ਜਾਂਦਾ ਹੁਐਂਗ ਸੈਂਗ ਕਿਹਦੇ ਟਾਈਮ 'ਚ ਆਇਆ ਸੀ? ਹੁਐਂਗ ਸੈਂਗ ਆਇਆ ਸੀ ਹਰਸ਼ਵਰਧਨ ਦੇ ਟਾਈਮ 'ਚ, ਜਦੋਂ ਹਰਸ਼ਵਰਧਨ ਰਾਜਾ ਹੁੰਦਾ ਸੀ। ਹਰਸ਼ਵਰਧਨ ਦੇ ਟਾਈਮ 'ਚ ਆਇਆ ਸੀ ਹੁਐਂਗ ਸੈਂਗ। ਐਚ ਤੋਂ ਐਚ ਯਾਦ ਰੱਖਾਂਗੇ। ਅਤੇ ਫਾਹੀਆਨ ਕਿਹਦੇ ਟਾਈਮ 'ਚ ਆਇਆ ਸੀ? ਚੰਦਰਗੁਪਤ ਸੈਕਿੰਡ। ਹਾਂਜੀ, ਅੱਜ ਦਾ ਆਪਣਾ ਲਾਸਟ ਕੁਐਸਚਨ ਹੈ, ਵਿਚ ਆਫ ਦਾ ਫੋਲੋਇੰਗ ਇਜ਼ ਰੋਂਗਲੀ ਮੈਚਡ। ਇਹਨਾਂ ਦੇ ਵਿੱਚੋਂ ਕਿਹੜਾ ਗਲਤ ਮੈਚ ਹੈ? ਚਲੋ ਆਪਾਂ ਸਾਰੀ ਆਪਸ਼ਨਸ ਨੂੰ ਦੇਖਾਂਗੇ। ਫਸਟ ਹੈ ਕੁਤੁਬ ਮੀਨਾਰ। ਤਾਂ ਕਹਿੰਦੇ ਕੁਤੁਬ ਮੀਨਾਰ ਕਿੰਨੇ ਬਣਵਾਈ? ਏਬਕ, ਯਾਨੀ ਕਿ ਕੁਤੁਬਦੀਨ ਐਬਕ ਐਂਡ ਇਲਤੁਤਮਿਸ਼। ਇਹ ਤਾਂ ਸਹੀ ਹੈ, ਹਾਂ ਦੋਨਾਂ ਦਾ ਹੱਥ ਸੀਗਾ ਇਹਦੇ ਵਿੱਚ। ਸੈਕਿੰਡ ਹੈ ਜੀ ਅਢਾਈ ਦਿਨ ਕਾ ਝੋਪੜਾ। ਅਢਾਈ ਦਿਨ ਕਾ ਝੋਪੜਾ ਇਬਰਾਹਿਮ ਲੋਦੀ। ਨਹੀਂ, ਇਹ ਝੂਠ ਹੈ ਜੀ, ਸਰਾਸਰ ਝੂਠ ਹੈ। ਇਬਰਾਹਿਮ ਲੋਦੀ ਨੇ ਨਹੀਂ ਬਣਾਇਆ ਸੀ, ਯਾਨੀ ਕਿ ਸੈਕਿੰਡ ਆਪਸ਼ਨ ਹੀ ਆਪਣਾ ਇਹਦਾ ਕਰੈਕਟ ਆਨਸਰ ਹੋ ਜਾਊਗਾ। ਅਤੇ ਅਢਾਈ ਦਿਨ ਕਾ ਝੋਪੜਾ ਦੇ ਨਾਲ ਆਪਾਂ ਯਾਦ ਰੱਖਣਾ ਹੈ ਕੁਤੁਬਦੀਨ ਐਬਕ। ਕੁਤੁਬਦੀਨ ਐਬਕ। ਤਾਂ ਅਢਾਈ ਦਿਨ ਕਾ ਝੋਪੜਾ ਕਿੰਨੇ ਬਣਵਾਇਆ ਸੀ? ਕੁਤੁਬਦੀਨ ਐਬਕ ਨੇ। ਵੈਰੀ ਇੰਪੋਰਟੈਂਟ, ਮਸਜਿਦ ਬਣਵਾਈ ਸੀ ਉਹਨੇ। ਅਤੇ ਇਹਦਾ ਅਢਾਈ ਦਿਨ ਕਾ ਝੋਪੜਾ ਨਾਮ ਤਾਂ ਹੀ ਪਿਆ ਬਿਕੋਜ਼ ਮੰਨਿਆ ਜਾਂਦਾ ਵੀ ਇਹ ਜਿਹੜੀ ਮਸਜਿਦ ਸੀ, ਬਿਲਡਿੰਗ ਸੀ, 2.5 ਦਿਨਾਂ ਦੇ ਵਿੱਚ ਹੀ ਬਣੀ ਸੀ। 2.5 ਡੇਜ਼ 'ਚ ਹੀ ਬਣ ਗਈ ਸੀ, ਤਾਂ ਕਰਕੇ ਇਹਦਾ ਨਾਮ ਰੱਖਿਆ ਗਿਆ ਢਾਈ ਦਿਨ ਕਾ ਝੋਪੜਾ। ਇਹਨੂੰ ਬਣਾਇਆ ਸੀ ਕੁਤੁਬਦੀਨ ਐਬਕ। ਤਾਂ ਇਹੀ ਆਪਣਾ ਰੋਂਗਲੀ ਮੈਚ ਸੀ। ਬਾਕੀ ਆਪਸ਼ਨ ਵੀ ਤੁਸੀਂ ਪੜ੍ਹ ਲਓ, ਯਾਦ ਰੱਖਣਾ। ਕੁਤੁਬ ਮੀਨਾਰ ਨੂੰ ਏਬਕ ਅਤੇ ਇਲਤੁਤਮਿਸ਼ ਨੇ ਬਣਾਇਆ ਵੀ ਸਹੀ ਹੈ। ਸੀ ਆਪਸ਼ਨ ਕੀ ਹੈ? ਜਿਵੇਂ ਅਲਈ ਦਰਵਾਜ਼ਾ, ਅਲਈ ਦਰਵਾਜ਼ਾ ਅਲਾਉਦੀਨ ਖਿਲਜੀ ਨੇ ਬਣਾਇਆ ਸੀ, ਇਹ ਵੀ ਇੰਪੋਰਟੈਂਟ ਹੈ। ਹਾਂਜੀ ਬਿਲਕੁਲ ਬਣਵਾਇਆ ਸੀ, ਯਾਦ ਰੱਖਣਾ। ਤਾਂ ਸੈਕਿੰਡ ਆਪਸ਼ਨ ਇਹਦਾ ਕਰੈਕਟ ਆਨਸਰ ਹੋ ਚੁੱਕਾ। ਕੁਛ ਬਿਲਡਿੰਗਸ ਹੈ, ਕੁਛ ਮੋਨੂਮੈਂਟਸ ਹੈ, ਤੁਸੀਂ ਯਾਦ ਰੱਖਣਾ। ਕੁਐਸਚਨ ਆਫ ਦਾ ਡੇ ਕੀ ਹੈ? ਕੁਐਸਚਨ ਆਫ ਦਾ ਡੇ ਹੈ ਵਟ ਇਜ਼ ਦ ਕੈਪੀਟਲ ਆਫ ਆਸਟ੍ਰੇਲੀਆ। ਆਸਟ੍ਰੇਲੀਆ ਦੀ ਕੈਪੀਟਲ ਦੱਸਣੀ ਹੈ, ਮੈਂ ਹੀ ਦੱਸ ਦਿੰਦਾ ਕਿਉਂਕਿ ਕਮੈਂਟ ਬਾਕਸ ਤਾਂ ਤੁਹਾਡਾ ਆਫ ਹੀ ਹੈ। ਤਾਂ ਕੈਪੀਟਲ ਆਫ ਆਸਟ੍ਰੇਲੀਆ ਹੈ ਕੈਨਬੇਰਾ। ਕੈਨਬੇਰਾ, ਕੈਪੀਟਲ ਆਫ ਆਸਟ੍ਰੇਲੀਆ ਇਜ਼ ਕੈਨਬੇਰਾ। ਠੀਕ ਹੈ ਜੀ। ਤਾਂ ਆਈ ਹੋਪ ਤੁਹਾਨੂੰ ਕੁਐਸਚਨਸ ਪਸੰਦ ਆਏ ਹੋਣਗੇ, ਤੁਸੀਂ ਇਹਨਾਂ ਕੁਐਸਚਨਸ ਨੂੰ ਯਾਦ ਕਰ ਰਹੇ ਹੋਗੇ, ਜੋ ਕਿ ਤੁਹਾਡੇ ਲਈ ਹੈਲਪਫੁਲ ਬਣ ਰਹੇ ਹੋਣਗੇ ਪੰਜਾਬ ਪਟਵਾਰੀ ਲਈ ਐਂਡ ਕਿਸੇ ਵੀ ਪੰਜਾਬ ਐਗਜ਼ਾਮਸ ਲਈ, ਹੈ ਨਾ। ਇਹਨੂੰ ਤੁਸੀਂ ਕੁਐਸਚਨਸ ਨੂੰ ਚੰਗੀ ਤਰ੍ਹਾਂ ਯਾਦ ਕਰ ਸਕਦੇ ਹੋ, ਆਪਣੀ ਨੌਲੇਜ ਹੀ ਯਾਦ ਕਰ ਸਕਦੇ ਹੋ। ਅਤੇ ਇਹ CBC ਐਗਜ਼ਾਮ ਗੁਰੂ ਦੀ ਐਪ ਹੈ, CBC ਐਗਜ਼ਾਮ ਗੁਰੂ ਐਪ। ਇਹਦੇ ਵਿੱਚ ਤੁਹਾਨੂੰ ਜੋ ਵੀ ਡਾਊਨਲੋਡਿਡ ਸਟੱਡੀ ਮਟੀਰੀਅਲ ਹੈ, ਵੀਡੀਓ ਕਲਾਸਿਸ ਹੈ, ਡੇਲੀ ਕਰੰਟ ਅਫੇਅਰਸ, ਡੇਲੀ ਕੁਇਜ਼ਿਸ, ਟੈਸਟ ਸੀਰੀਜ਼ ਐਂਡ ਜਿਵੇਂ ਹੁਣ ਆਪਾਂ JEE ਦਾ ਕੋਰਸ ਲਾਂਚ ਕਰਨ ਜਾ ਰਹੇ, JEE ਸਿਵਲ ਇੰਜੀਨੀਅਰਿੰਗ ਦਾ, ਇਹ ਸਾਰੀਆਂ ਚੀਜ਼ਾਂ ਤੁਹਾਨੂੰ ਇਸ ਐਪ 'ਤੇ ਮਿਲ ਸਕਦੀਆਂ। ਤਾਂ ਤੁਸੀਂ ਡਾਊਨਲੋਡ ਕਰ ਸਕਦੇ ਹੋ ਐਪ। ਚਲੋ ਜੀ, ਅੱਜ ਲਈ ਆਪਾਂ ਇੰਨਾ ਹੀ ਕਰਦੇ ਹਾਂ, ਮਿਲਦੇ ਆਪਣੇ ਨੈਕਸਟ ਲੈਕਚਰਸ। ਤਾਂ ਨੈਕਸਟ ਲੈਕਚਰ ਸਟਾਰਟ ਕਰਨ ਤੋਂ ਪਹਿਲਾਂ ਤੁਸੀਂ ਪਹਿਲੇ 2 ਲੈਕਚਰਸ ਨੂੰ ਜ਼ਰੂਰ ਦੇਖ ਲੈਣਾ। ਥੈਂਕ ਯੂ।